ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ। ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ, ਲੈ ਕੇ ਹਾਜ਼ਰ ਹਾਂ ਡਾਕਟਰ ਸ਼ੋਅ। ਇਸ ਸ਼ੋਅ ਵਿੱਚ ਅਸੀਂ ਵੱਖ-ਵੱਖ ਬਿਮਾਰੀਆਂ ਬਾਰੇ, ਉਹਨਾਂ ਦੇ ਸਿੰਪਟਮਸ ਬਾਰੇ, ਉਹਨਾਂ ਦੇ ਇਲਾਜ ਬਾਰੇ ਤੇ ਹੋਰ ਵੀ ਜੋ ਵੀ ਜਾਣਕਾਰੀ ਹੁੰਦੀ ਆ ਕਿਸੇ ਇੱਕ ਤਜਰਬੇਕਾਰ ਡਾਕਟਰ ਨੂੰ ਬੁਲਾ ਕੇ ਇਸ ਸ਼ੋਅ ਵਿੱਚ ਤੇ ਉਹ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਆ। ਅੱਜ ਸਾਡੇ ਵਿੱਚ ਡਾਕਟਰ ਪਰਮਜੀਤ ਤੱਖਰ, ਜਿਹੜੇ ਕਿ ਇੱਥੇ ਤੱਖਰ ਫੈਮਿਲੀ ਪ੍ਰੈਕਟਿਸ ਦੇ ਓਨਰ ਆ, ਬੜੇ ਸੀਨੀਅਰ ਡਾਕਟਰ ਆ, ਉਹ ਸਾਡੇ ਸਟੂਡੀਓ ਵਿੱਚ ਵਿਸ਼ੇਸ਼ ਤੌਰ 'ਤੇ ਆਏ ਆ। ਉਹਨਾਂ ਨਾਲ ਅਸੀਂ ਬਲੱਡ ਪ੍ਰੈਸ਼ਰ ਬਾਰੇ ਗੱਲਾਂ ਬਾਤਾਂ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ। Thank you, Baji. Thank you for having me, and thank you, Punjab Mail, for giving me the opportunity to discuss. ਸੋ ਨਾਈਸ। ਡਾਕਟਰ ਸਾਹਿਬ, ਅੱਜ ਆਪਾਂ ਜਿਵੇਂ ਕਿ ਮੈਂ ਹੁਣੇ ਅਨਾਉਂਸ ਕੀਤਾ ਕਿ ਬਲੱਡ ਪ੍ਰੈਸ਼ਰ ਬਾਰੇ ਆਪਾਂ ਡਿਸਕਸ ਕਰਨਾ। ਹਾਂਜੀ। ਇਹ ਕਾਫੀ ਬਿਮਾਰੀ ਵੱਧਦੀ ਜਾਂਦੀ ਆ ਤੇ ਆਮ ਹੀ ਲੋਕਾਂ 'ਚ ਦੇਖਣ ਨੂੰ ਸੁਣਨ ਨੂੰ ਮਿਲਦਾ ਕਿ ਸਾਨੂੰ ਯਾਰ ਬਲੱਡ ਪ੍ਰੈਸ਼ਰ ਆ, ਸਾਡਾ ਬਲੱਡ ਪ੍ਰੈਸ਼ਰ ਹਾਈ ਆ, ਸਾਡਾ ਬਲੱਡ ਪ੍ਰੈਸ਼ਰ ਲੋ ਆ, ਜਾਂ ਬਲੱਡ ਪ੍ਰੈਸ਼ਰ ਕਰਕੇ ਕਾਫੀ ਉਹਨਾਂ ਨੂੰ ਹੋਰ ਨਾਲ ਲੱਗਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ। ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੋ ਹੈ ਜੀ, ਬਲੱਡ ਪ੍ਰੈਸ਼ਰ ਬਾਈ ਦੀ ਵੇ ਹੈਗਾ ਕੀ ਆ? ਬਲੱਡ ਪ੍ਰੈਸ਼ਰ ਹੈਗਾ ਭਾਜੀ, ਜਿਸ ਫੋਰਸ ਨਾਲ ਜਦੋਂ ਹਾਰਟ ਪੰਪ ਕਰਦਾ, ਜਿਹੜਾ ਬਲੱਡ ਆਰਟਰੀਜ਼ ਵਿੱਚ ਜਾਂਦਾ, ਉਹ ਚੈਨਲਸ ਵਿੱਚ ਜਿਸ ਫੋਰਸ ਨਾਲ ਉਹ ਚੈਨਲਸ ਨੂੰ ਹਿੱਟ ਕਰਦਾ ਜੀ, ਐਂਡ ਦੈਟ ਇਜ਼ ਬਲੱਡ ਪ੍ਰੈਸ਼ਰ। ਓਕੇ। ਤੇ ਹਾਰਟ ਜਦੋਂ ਪੰਪ ਕਰਦਾ, ਉਹ ਬਲੱਡ ਉਹਨੂੰ ਭੇਜਦਾ ਆਰਟਰੀਜ਼ ਨੂੰ। ਜੀ 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 ਜੀ। ਤੇ ਪ੍ਰੈਸ਼ਰ ਇਹਨੂੰ ਮਤਲਬ ਬਲੱਡ ਪ੍ਰੈਸ਼ਰ ਜਿਹੜਾ ਜੋ ਪ੍ਰੈਸ਼ਰ ਪੈਂਦਾ ਇੱਕ ਰਬੜ 'ਚ ਜੇ ਪਾਈਪ ਲਾ ਕੇ ਤੇ ਆਪਾਂ ਉਹਨੂੰ ਪ੍ਰੈਸ਼ਰ ਬਣਾਈਏ। ਓਕੇ, ਇਦਾਂ ਜੇ ਲੈਟਸ ਸੇ ਰਬਰ ਬਾਲ ਹੈ ਕੋਈ ਖੁੱਲੀ ਆ ਤੇ ਆਪਾਂ ਪਾ ਦਈਏ, ਪਾਣੀ ਫੋਰਸ ਕਰੀਏ ਤੇ ਪ੍ਰੈਸ਼ਰ ਆਲੇ ਦੁਆਲੇ ਥੋੜਾ ਲੱਗੂਗਾ। ਜੇ ਹੁਣ ਰਬਰ ਦਾ ਡਾਇਮੀਟਰ ਛੋਟਾ ਆ ਤੇ ਪ੍ਰੈਸ਼ਰ ਆਲੇ ਦੁਆਲੇ ਉਸ ਰਬਰ ਦੀ ਵਾਲਸ ਨੂੰ ਜ਼ਿਆਦਾ ਲੱਗੂਗਾ। ਜੀ ਜੀ। ਸੋ ਦੈਟਸ ਵਾਟ ਬਲੱਡ ਪ੍ਰੈਸ਼ਰ। ਇਹ ਤਾਂ ਬਲੱਡ ਪ੍ਰੈਸ਼ਰ ਹੋ ਗਿਆ। ਬਲੱਡ ਪ੍ਰੈਸ਼ਰ ਦੀ ਬਿਮਾਰੀ ਕੀ ਹੁੰਦੀ ਹੈ ਫਿਰ? ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਵੀ ਜੇ ਨਾਰਮਲ ਤੋਂ ਉਸ ਪ੍ਰੈਸ਼ਰ ਤੋਂ ਨਾਰਮਲ ਤੋਂ ਤੁਹਾਡੀ ਜ਼ਿਆਦਾ ਹੋ ਗਿਆ, ਜੀ ਜੀ, ਉਹ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ। ਤੇ ਜਿਹੜਾ ਨਾਰਮਲ ਬਲੱਡ ਪ੍ਰੈਸ਼ਰ ਆ ਉਹ ਪਹਿਲਾਂ ਤੋਂ ਥੋੜਾ ਜਿਹਾ ਬਦਲ ਗਿਆ। ਪਹਿਲਾਂ ਹੁੰਦਾ ਸੀ ਵੀ 140 ਤੋਂ ਘੱਟ ਹੋਵੇ, 90 ਤੋਂ ਘੱਟ ਹੋਵੇ ਬਲੱਡ ਪ੍ਰੈਸ਼ਰ ਠੀਕ ਹੋ। ਹੁਣ ਨਾਰਮਲ ਇਜ਼ ਕੰਸੀਡਰਡ 120/80। ਓਕੇ। ਤੇ ਜਿਹੜਾ 139 ਓਵਰ 89 ਆ, ਉਹਦਾ ਹੈਗਾ ਰਿਸਕ ਆਫ ਹਾਈਪਰਟੈਂਸ਼ਨ ਇਜ਼ ਹਾਈ। ਓਕੇ। ਤੇ ਜਿਹੜਾ 140 ਓਵਰ 90 ਪਹੁੰਚ ਗਿਆ, ਉਹਨੂੰ ਐਕਚੁਅਲ ਬਲੱਡ ਪ੍ਰੈਸ਼ਰ ਹਾਈਪਰਟੈਂਸ਼ਨ ਉਹਨੂੰ ਕਹਿੰਦੇ ਆ। ਇਹ ਕਿੰਨੇ ਤਰ੍ਹਾਂ ਦੇ ਹੁੰਦੇ ਆ ਜੀ ਇਹ ਬਲੱਡ ਪ੍ਰੈਸ਼ਰ? ਕਈ ਵਾਰੀ ਅਸੀਂ ਸੁਣਦੇ ਆ, ਮੈਨੂੰ ਜੀ ਲੋ ਬਲੱਡ ਪ੍ਰੈਸ਼ਰ ਆ, ਮੈਨੂੰ ਹਾਈ ਬਲੱਡ ਪ੍ਰੈਸ਼ਰ ਆ, ਜਾਂ ਨਾਰਮਲ ਬਲੱਡ ਪ੍ਰੈਸ਼ਰ ਹੁੰਦਾ ਕੀ ਹੈ ਸਾਰਾ? ਨਾਰਮਲ ਤਾਂ 120 ਓਵਰ 80 ਉਹ ਤਾਂ ਤੁਸੀਂ ਦੱਸਤਾ। ਹਾਈ ਬਲੱਡ ਪ੍ਰੈਸ਼ਰ 140 ਓਵਰ 90 ਐਂਡ ਐਨੀਥਿੰਗ ਅਬਵ ਦੈਟ। And low blood pressure is you can say someone got blood pressure 105 over 55 or 60, that's low. But low blood pressure is not a dangerous thing if they are born with that, unless कोई disease ने low blood pressure कीता. Okay. And it's a good thing. So the chances of them ਉਹਨਾਂ ਦਾ stroke ਹੋਣ ਦਾ, heart attack ਹੋਣ ਦਾ ਬਹੁਤ ਘੱਟ ਹੋ ਜਾਂਦਾ। ਘੱਟ ਚਾਂਸ ਹੈ। ਬਲੱਡ ਪ੍ਰੈਸ਼ਰ ਹਾਈ ਹੁੰਦਾ ਕਿਉਂ ਬਾਈ ਦੀ ਵੇ? ਬਲੱਡ ਪ੍ਰੈਸ਼ਰ ਹਾਈ ਹੁੰਦਾ, ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ there is two types of blood pressure, systolic, diastolic. ਓਕੇ। ਜਿਹੜਾ ਉਤਲਾ ਬਲੱਡ ਪ੍ਰੈਸ਼ਰ ਨੂੰ ਸਿਸਟੋਲਿਕ ਆਪਾਂ ਕਹਿੰਦੇ ਆ, ਤੇ ਜਿਹੜਾ ਸਿਸਟੋਲਿਕ ਬਲੱਡ ਪ੍ਰੈਸ਼ਰ ਜਦੋਂ ਹਾਰਟ ਪੰਪ ਕਰਦਾ, ਉਸ ਫੋਰਸ ਨਾਲ ਜਦੋਂ ਉਹ ਬਲੱਡ ਜਾਂਦਾ ਤੇ ਉਹ ਫੋਰਸ ਕਿੰਨੇ ਫੋਰਸ ਨਾਲ ਆਰਟਰੀਜ਼ ਨੂੰ ਬਲੱਡ ਪ੍ਰੈਸ਼ਰ ਹਿੱਟ ਕਰਦਾ, ਉਹ ਹੈਗਾ ਸਿਸਟੋਲਿਕ। ਡਾਇਸਟੋਲਿਕ ਹੈਗਾ ਜਦੋਂ ਹਾਰਟ ਰੈਸਟ ਕਰ ਰਿਹਾ ਤੇ ਉਹਦੇ ਵਿੱਚ ਖੂਨ ਭਰ ਹੋ ਰਿਹਾ ਤੇ ਆਰਟਰੀਜ਼ ਵਿੱਚ ਪੰਪ ਨਹੀਂ ਹੋ ਰਿਹਾ, ਤੇ ਉਹ ਕਿੰਨਾ ਹੈ। ਓਕੇ। ਇਹ ਦੋ ਤਰ੍ਹਾਂ ਦੇ ਬਲੱਡ ਪ੍ਰੈਸ਼ਰ। ਜੀ ਜੀ ਜੀ। ਰੀਜ਼ਨ ਕੀ ਹੁੰਦੇ ਆ, ਕਿਉਂ ਹੋ ਜਾਂਦਾ ਬਲੱਡ ਪ੍ਰੈਸ਼ਰ ਦਾ? ਰੀਜ਼ਨ ਹੈਗਾ, ਵਨ ਆਫ ਦ ਮੋਸਟ ਇੰਪੋਰਟੈਂਟ ਰੀਜ਼ਨ ਸਾਰਿਆਂ ਨਾਲ ਇਜ਼ ਜੈਨੇਟਿਕ। ਜੇ ਵੱਡਿਆਂ ਨੂੰ ਹੋਇਆ, ਜੇ ਪੇਰੈਂਟਸ ਨੂੰ ਹੋਇਆ ਤਾਂ ਚਾਂਸਸ ਆ ਹਾਈ ਵੀ ਨੈਕਸਟ ਜਨਰੇਸ਼ਨ ਵੀ ਹੋ ਜਾਊਗਾ। ਠੀਕ ਹੈ। ਫਿਰ ਦੈਨ ਜਿਹੜਾ ਅਨਹੈਲਦੀ ਲਾਈਫ ਸਟਾਈਲ, ਐਕਸਰਸਾਈਜ਼ ਨਹੀਂ ਕਰਨੀ, ਖਾਣਾ ਨਹੀਂ ਠੀਕ ਖਾਣਾ, ਸਮੋਕਿੰਗ ਕਰਨੀ, ਐਲਕੋਹਲ ਜ਼ਿਆਦਾ ਪੀਣਾ। ਅੱਛਾ। ਜਿਹਨੂੰ ਡਾਇਬੀਟੀਜ਼, ਮਤਲਬ ਡਾਇਬੀਟੀਜ਼
ਉਹਦੇ ਵੀ ਚਾਂਸਸ ਹਾਈ ਹੁੰਦੇ ਬਲੱਡ ਪ੍ਰੈਸ਼ਰ ਦੇ। ਤੇ ਕਈ ਵਾਰੀ ਪ੍ਰੈਗਨੈਂਸੀ 'ਚ ਵੀ ਬਲੱਡ ਪ੍ਰੈਸ਼ਰ ਵੱਧ ਜਾਂਦਾ, ਪਰ most of the time blood pressure returns to normal after the pregnancy is over. ਔਰ ਨਸ਼ਾ ਕਿਸੇ ਕਿਸਮ ਦਾ ਵੀ ਹੋਵੇ ਤੇ ਬਲੱਡ ਪ੍ਰੈਸ਼ਰ ਉਹਦੇ ਨਾਲ ਨੈਚੁਰਲ ਆ ਕਿ ਉਹ ਪ੍ਰੈਸ਼ਰ ਉਹ ਅਟੈਕ ਕਰਦਾ ਅੰਦਰੋਂ But ਤੇ ਉਹ ਪ੍ਰੈਸ਼ਰ ਵੱਧਦਾ ਵੱਧਦਾ ਤੇ ਉਹ ਹਾਈ ਹੋ ਜਾਂਦਾ ਬਲੱਡ ਪ੍ਰੈਸ਼ਰ। and especially exercise ਬਹੁਤ important ਹੈ। ਜੀ ਜੀ and right diet Okay. diet ਜਿਹੜਾ ਵੀ ਆਪਾਂ lots of vegetables fruits ਖਾਈਏ and unless ਜਿਹੜਾ diabetes ਵਾਲਾ ਉਹਨੂੰ ਬਾਰੇ ਫਰੂਟ ਨਹੀਂ ਖਾਣੇ ਚਾਹੀਦੇ। ਅੱਛਾ ਜੀ and red meat ਘੱਟ ਖਾਓ। ਅੱਛਾ fish is very important। ਫਿਰ ਚੰਗੀ ਹੈ ਮਤਲਬ ਕਹਿੰਦਾ ਫਿਸ਼ especially wild fish। ਇਹ ਦੋ ਤਰ੍ਹਾਂ ਦੀ ਫਿਸ਼ ਮਾਰਕੀਟ 'ਚ ਮਿਲਦੀ, ਇੱਕ ਹੁੰਦਾ ਲਿਖਿਆ ਫਰੈਸ਼ ਫਿਸ਼, ਅੱਛਾ ਉਹ ਮੋਸਟ ਆਫ ਦਾ ਟਾਈਮ ਜਿਹੜੀ ਫਰੈਸ਼ ਫਿਸ਼ ਆ ਉਹ ਹੁੰਦੀ ਫਾਰਮ ਰੇਜ਼ਡ, ਜੀ ਅਨਲੈਸ ਉੱਥੇ ਲਿਖਿਆ ਵਾਈਲਡ ਫਿਸ਼ that is the best and ਉਹ ਲੈਣੀ ਚਾਹੀਦੀ ਓਕੇ ਕਿਉਂਕਿ ਫਾਰਮ ਰੇਜ਼ਡ ਫਿਸ਼ ਇਨਕਲੋਜ਼ਰ ਵਿੱਚ ਕੀਤੀ ਹੁੰਦੀ, ਉਹਨੂੰ ਉੱਚੀ ਖਾਣਾ ਵਗੈਰਾ ਪਾਈ ਜਾਂਦੇ ਐਂਡ ਦੇयर ਇਜ਼ ਲੋਟ ਆਫ ਪੋਲਿਊਸ਼ਨ ਵਿਦ ਦੈਟ। ਜੀ ਜੀ ਕਈ ਵਾਰੀ ਬੰਦਾ ਕਾਫੀ weight ਜ਼ਿਆਦਾ ਹੁੰਦਾ ਤੇ ਉਹ ਕੀ ਉਹ ਹਾਰਟ ਨੂੰ ਕੋਈ ਅਫੈਕਟ ਕਰਦਾ? ਹਾਂ, ਜਿਹੜਾ weight ਜ਼ਿਆਦਾ ਉਹਦੇ ਚਾਂਸਸ ਆਫ ਹਾਈ ਬਲੱਡ ਪ੍ਰੈਸ਼ਰ ਆਰ ਮਚ ਹਾਈ, ਜੀ ਜੀ ਚਾਂਸਸ ਆਫ ਹਾਰਟ ਡਿਜ਼ੀਜ਼ ਮਚ ਹਾਈ, ਜੀ ਮਚ ਹਾਇਰ। ਪਰ ਕਈ ਮੋਟੇ ਹੁੰਦੇ ਆ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਵੀ ਰਹਿੰਦਾ, ਕਰਕੇ ਕਈ ਮੋਟੇ ਹੁੰਦੇ ਉਹਨਾਂ ਨੂੰ ਡਾਇਬੀਟੀਜ਼ ਨਹੀਂ ਹੁੰਦੀ। ਓਕੇ ਸੇਮ ਮਤਲਬ ਇਟਸ ਨਾਟ necessary. not necessary but most ਪਰ ਕਈ ਵਾਰੀ ਓਵਰਵੇਟ ਹੋ ਜਾਂਦੇ ਆ ਤੇ ਉਹ ਕੁਦਰਤੀ ਇਹ ਨਹੀਂ ਹੁੰਦਾ ਕਿ ਹਾਰਟ ਨੂੰ ਜ਼ਿਆਦਾ ਉਹ ਅਟੈਕ ਕਰਦਾ। ਹਾਰਟ ਹੈਜ਼ ਟੂ ਪੰਪ ਮੋਰ ਯਾ ਰਾਈਟ ਤੇ ਹਾਰਟ ਦਾ ਉਹਨੂੰ ਜ਼ਿਆਦਾ ਬਲਾ ਲੈਣਾ ਪੈਂਦਾ। ਹਾਰਟ ਦਾ ਮਸਲ ਫਿਰ ਮੋਟਾ ਹੋ ਜਾਂਦਾ ਹਾਂਜੀ ਤੇ ਉਹਨੂੰ ਕਾਰਡੀਓਮਾਇਓਪੈਥੀ ਕਹਿੰਦੇ ਆ। ਓਕੇ ਇਹਦੇ ਨਾਲ ਹਾਰਟ ਨਾਲ ਕੋਈ ਰਿਲੇਟਡ ਹੋਰ ਵੀ ਬਿਮਾਰੀਆਂ ਹੁੰਦੀਆਂ ਜਿਹਦੇ ਨਾਲ ਕੁਝ ਹੋਰ ਵੀ ਬੰਦੇ ਨੂੰ ਬਿਮਾਰੀਆਂ ਹੋ ਸਕਦੀਆਂ? ਨਾ ਹਾਰਟ ਕੈਨ ਲੀਡ ਟੂ ਮੈਨੀ ਥਿੰਗਸ ਭਾਜੀ। ਜੀ ਆਈ ਮੀਨ ਜਿਹੜਾ ਹੁਣ ਜਿਹਨੂੰ ਬਲੱਡ ਪ੍ਰੈਸ਼ਰ ਆ ਉਹਨੂੰ ਕੰਜੈਸਟਿਵ ਹਾਰਟ ਫੇਲੀਅਰ ਹੋ ਜਾਂਦਾ, ਜਿਹਨੂੰ ਸਾਹ ਔਖਾ ਆਉਂਦਾ ਤੇ ਚਾਂਸਸ ਆਫ ਕੋਰਨਰੀ ਆਰਟਰੀ ਜਿਹੜੀ ਜੀ। ਬਲੱਡ ਵੈਸਲ ਆਪਣੇ ਹਾਰਟ ਨੂੰ ਬਲੱਡ ਸਪਲਾਈ ਕਰਦੀ ਆ ਜੀ, ਉਹ ਜੀ। ਨੈਰੋ ਹੋ ਜਾਂਦੀ ਹੈ, ਉਹਦੇ ਵਿੱਚ ਕੈਲਸ਼ੀਅਮ ਜਾਂ ਕੋਲੇਸਟ੍ਰੋਲ ਡਿਪੋਜ਼ਿਟਸ ਪੈ ਜਾਣ, ਹਾਰਟ ਅਟੈਕ ਦੇ ਚਾਂਸ ਵੱਧ ਜਾਂਦੇ ਆ। ਮਤਲਬ ਤੁਹਾਡਾ ਕਹਿੰਦਾ ਕੋਲੇਸਟ੍ਰੋਲ ਵੀ ਜੇ ਵਧਿਆ ਹੋਵੇ ਫਿਰ ਵੀ ਉਹ ਨੁਕਸਾਨ ਆ? ਹਾਂ, ਉਹ ਅੰਦਰ ਜਿੱਦਾਂ ਕੋਲੇਸਟ੍ਰੋਲ ਕੀ ਕਰਦਾ, ਹਾਰਟ ਦੀਆਂ ਜਿਹੜੀਆਂ ਬਲੱਡ ਵੈਸਲਸ ਆ ਉਹਦੇ ਅੰਦਰ ਲੇਅਰ ਬਣਾ ਲੈਂਦਾ ਦੋਨੇ ਪਾਸੇ, ਕਿ ਬਲੱਡ ਵੈਸਲ ਇਨਸਟੈਡ ਆਫ ਬੀਇੰਗ ਬਿਗ ਉਹ ਛੋਟੀ ਬਣ ਜਾਂਦੀ ਹੈ। ਜੀ 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 ਐਂਡ ਸੁੰਗੜ ਜਾਂਦੇ ਕਹਿੰਦਾ ਉਹ। ਸੁੰਗੜ ਜਾਂਦੇ ਐਂਡ ਸਮਟਾਈਮਸ ਇੱਕ ਉਹ ਪਲੇਟ ਟੁੱਟ ਜਾਊਗਾ, ਆਰਟਰੀ ਨੂੰ ਬਲੌਕ ਕਰ ਦੋ, ਉਹ ਹਾਰਟ ਅਟੈਕ। ਓਕੇ ਇਹ ਕਿੰਨੇ ਤਰ੍ਹਾਂ ਦੀਆਂ ਸਰਜਰੀਜ਼ ਹੁੰਦੀਆਂ? ਕਈ ਵਾਰੀ ਸੁਣੀਦਾ ਕਿ ਇਕੱਲਾ ਪੂਰੇ ਹਾਰਟ ਓਪਨ ਹਾਰਟ ਹੋਇਆ, ਕਈ ਵਾਰੀ ਸੁਣੀਦਾ ਕਿ ਬਲੋਕੇਜ ਹੋ ਗਈ ਸੀ ਵੈਸਲਸ, ਤੇ ਦੋਵਾਂ 'ਚ ਕੀ ਫਰਕ ਹੈਗਾ? ਨਹੀਂ ਇੱਕਦਮ ਵੀ ਜਿਹਨੂੰ ਇੱਦਾਂ ਦਾ ਹਾਰਟ ਪ੍ਰੋਬਲਮ ਆ ਐਂਡ ਹਿਸ ਹਾਰਟ ਇਜ਼ ਨਾਟ ਪੰਪਿੰਗ ਵੈਲ, ਜੀ ਤੇ ਆਕਸੀਜਨ ਪੂਰੀ ਨਹੀਂ ਜਾ ਰਹੀ ਆਰਗਨਸ ਨੂੰ, ਉਹ ਪਹਿਲਾਂ ਤਾਂ ਐਂਜੀਓਪਲਾਸਟੀ ਕਰਨੀ ਆ ਵੀ ਕਿੱਥੇ ਬਲੋਕੇਜ ਆ ਓਕੇ ਹਾਰਟ ਦੇ ਵਿੱਚ। ਓਕੇ ਓਕੇ ਕਿ ਬਲੋਕੇਜ ਬਹੁਤ ਨਹੀਂ ਹੁੰਦੀ ਤੇ ਉਹ ਮੈਡੀਸਨ ਨਾਲ ਕਿਉਰ ਹੋ ਜਾਂਦੇ ਆ ਤੇ ਦੇ ਡੂ ਹੈ। ਕਿ ਇੱਕ ਜਾਂ ਦੋ ਆਰਟਰੀ 'ਚ ਬਲੋਕੇਜ ਹੁੰਦੀ ਆ, ਉਹਦੇ ਵਿੱਚ ਉਹ ਸਟੈਂਟ ਪਾ ਦਿੰਦੇ ਆ ਤੇ ਆਰਟਰੀ ਰਿਮੇਨਸ ਓਪਨ। ਓਕੇ ਪਰ ਜੇ 3 ਆਰਟਰੀਜ਼ ਹੋਣ then or more, then the considered opinion is ਵੀ ਉਹਦਾ ਓਪਨ ਹਾਰਟ ਕਰ ਦਿਓ। ਉਹਦਾ ਓਪਨ ਹਾਰਟ ਕਰ ਦਿਓ। ਠੀਕ ਹੈ। ਬਲੱਡ ਪ੍ਰੈਸ਼ਰ ਦਾ ਕਿਵੇਂ ਪਤਾ ਲੱਗਦਾ ਵੀ ਕਿਸੇ ਦਾ ਬਲੱਡ ਪ੍ਰੈਸ਼ਰ ਵਧਿਆ? ਕੀ ਸਿੰਪਟਮਸ ਆ ਤੇ ਕੀ ਸਾਈਨਸ ਹੁੰਦੇ ਉਹਦੇ? ਨਹੀਂ, ਜਿਹੜਾ ਬਲੱਡ ਪ੍ਰੈਸ਼ਰ ਆ ਇਟ ਇਜ਼ ਅ ਸਾਇਲੈਂਟ ਕਿਲਰ। ਓ ਮੋਸਟ ਆਫ ਦ ਟਾਈਮ ਬਲੱਡ ਪ੍ਰੈਸ਼ਰ ਤੁਹਾਨੂੰ ਕੋਈ ਸਿੰਪਟਮ ਨਹੀਂ ਦਿੰਦਾ। ਜੀ ਇਹ ਜੇ ਜ਼ਿਆਦਾ ਹੋ ਜਵੇ, ਕਈਆਂ ਦਾ ਸਿਰ ਦੁਖਣ ਲੱਗ ਪੈਂਦਾ, ਅੱਖਾਂ 'ਚੋਂ ਝੋਲਾ ਝੋਲਾ ਦਿਖਣ ਲੱਗ ਪੈਂਦਾ, ਨੌਜ਼ੀਆ ਹੋ ਜਾਂਦਾ, ਪਰ ਦੈਟ ਇਜ਼ ਰੇਅਰ, ਉਹ ਰੇਅਰ ਹੁੰਦਾ। ਤੇ ਨਾਰਮਲੀ ਜਿਹੜਾ ਹੁਣ ਬਲੱਡ ਪ੍ਰੈਸ਼ਰ ਸੇ 160 ਓਵਰ 95 ਆ, ਉਹਨੂੰ ਕੋਈ ਸਿੰਪਟਮ ਨਹੀਂ ਹੋਣਾ ਜੀ ਉਹ ਪਤਾ ਉਦੋਂ ਹੀ ਲੱਗਣਾ ਜਦੋਂ ਹਾਰਟ ਅਟੈਕ ਜਾਂ ਸਟ੍ਰੋਕ ਹੋ ਗਿਆ। ਅੱਛਾ ਪਹਿਲਾਂ ਪਤਾ ਨਹੀਂ ਲੱਗਦਾ? The only way blood pressure to deal with blood pressure is check the blood pressure regularly. ਬਲੱਡ ਪ੍ਰੈਸ਼ਰ ਕਿਵੇਂ ਘਰ 'ਚ ਕਿਵੇਂ ਚੈੱਕ ਕਰ ਸਕਦੇ ਆ ਬੰਦਾ? ਹੈ ਕੋਈ ਇਸ ਤਰ੍ਹਾਂ ਦਾ ਕੋਈ ਅੱਜ ਕੱਲ ਬਹੁਤ ਇਨਸਟਰੂਮੈਂਟ ਮਿਲਦੇ ਆ ਠੀਕ ਹੈ ਜੀ ਜਿਹੜੇ
ਬਲੱਡ ਪ੍ਰੈਸ਼ਰ ਇਨਸਟਰੂਮੈਂਟ ਜਿਹੜੇ ਤੁਸੀਂ ਇੱਥੇ ਬਾਂਹ ਦੇ ਲਾ ਲਓ, ਬਲੱਡ ਪ੍ਰੈਸ਼ਰ ਮੈਜਰ ਕਰ ਲਓ। ਦੇयर इज one very nice one called Omron, ਤੇ and it gives you very good readings and pretty compatible with mercury. ਜਿਹੜੀ mercury ਦਾ ਬਲੱਡ ਪ੍ਰੈਸ਼ਰ ਮੈਜਰ ਕਰਦੇ ਸੀ 올ਡ ਟਾਈਮ, ਜੀ that's the most accurate. ਅੱਛਾ, ਉਹ ਜ਼ਿਆਦਾ ਵਧੀਆ। ਉਹ ਹਾਂ, ਜਿਹੜਾ ਇੰਡੀਆ 'ਚ ਵੀ ਅਸੀਂ ਦੇਖਿਆ ਪੁਰਾਣਾ ਉਹ ਪੰਪ ਇਸ ਤਰ੍ਹਾਂ ਕਰਦੇ ਆ, ਉਹ ਇੱਥੇ ਉੱਪਰ ਜਾਂਦਾ ਫਿਰ ਥੱਲੇ ਆਉਂਦਾ। ਠੀਕ ਆ। ਪਰ ਉਹ ਹੁਣ ਬਿਕੋਜ਼ ਆਫ ਮਰਕਰੀ poisoning and this and that, I don't know about other states, but California ਵਿੱਚ mercury blood pressures are not allowed. ਉਹ ਅੱਛਾ, Mercury ਹਾਲਾਂਕਿ ਉਹ ਐਕੂਰੇਟ। that's the gold standard. ਓਕੇ। ਪਰ ਜਿਹੜੇ ਆ ਬਾਂਹ ਦੇ ਆ ਚੰਗੇ, and they cost about anywhere from $50 to $80. ਓਕੇ, ਆਮ ਅਵੇਲੇਬਲ ਆ ਤੁਹਾਡਾ ਕਹਿੰਦਾ ਮਤਲਬ। Amazon ਤੇ ਲੈ ਸਕਦੇ ਤੁਸੀਂ ਸੁਜੈਸਟ ਕਰਦੇ ਹੋ ਵੀ ਘਰ 'ਚ ਰੱਖਣਾ ਜ਼ਰੂਰੀ ਹੈ। ਇਹ ਜ਼ਰੂਰੀ ਹੈ। ਹਾਂ ਵੀ ਟਾਈਮ ਟੂ ਟਾਈਮ ਕਿੰਨੀ ਕੁ ਦੇਰ ਬਾਅਦ ਇਹਦਾ ਚੈੱਕਅਪ ਕਰਨਾ ਚਾਹੀਦਾ ਘਰ 'ਚ? ਜਿਹਨੂੰ ਤਾਂ ਬਲੱਡ ਪ੍ਰੈਸ਼ਰ ਲੋ ਆ ਹੈ ਨਹੀਂ ਜੀ, ਉਹ ਕਿਤੇ ਮਹੀਨੇ 2 ਮਹੀਨੇ ਬਾਅਦ ਕਰ ਲਵੇ। ਅੱਛਾ। ਪਰ ਜਿਹੜਾ ਦਵਾਈ ਲੈ ਰਿਹਾ ਤੇ ਉਹਨੂੰ ਬਲੱਡ ਪ੍ਰੈਸ਼ਰ ਹੈਗਾ ਤੇ ਬਲੱਡ ਪ੍ਰੈਸ਼ਰ ਇਜ਼ ਅੰਡਰ ਕੰਟਰੋਲ, ਉਹ ਹਫ਼ਤੇ 'ਚ 1-2 ਵਾਰੀ ਕਰ ਲਵੇ। ਪਰ ਜਿਹਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਨਹੀਂ ਹੈ ਨਾ, ਤੇ ਹੀ ਮੇ ਹੈਵ ਟੂ ਮੈਜਰ ਇਟ ਐਵਰੀ ਡੇ ਔਰ ਟਵਾਈਸ ਅ ਡੇ ਟਿਲ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਅੱਛਾ ਅੱਛਾ। ਪਰ ਇੱਦਾਂ ਵੀ ਨਹੀਂ ਕਰਨਾ ਚਾਹੀਦਾ ਵੀ 4-5 ਵਾਰੀ ਮੈਜਰ ਕਰੀ ਜਾਈਏ, ਕਰਕੇ ਉਹ ਜਦੋਂ obsession ਹੋ ਜਾਂਦਾ ਬਲੱਡ ਪ੍ਰੈਸ਼ਰ ਵੀ ਆਪਣੇ ਆਪ ਤਾਂ ਚੱਲ ਜਾਂਦਾ। ਕਈ ਵਾਰੀ ਇਹ ਹੁੰਦਾ ਵੀ ਸਾਡਾ ਥੋੜਾ ਜਿਹਾ ਉੱਤੇ ਆ, ਲੋਕੀ ਹੋਰ ਐਕਸਾਈਟਡ ਹੋ ਜਾਂਦੇ ਆ, ਉਹਦੇ ਨਾਲ ਬਲੱਡ ਪ੍ਰੈਸ਼ਰ ਜਿਹੜਾ ਹੋਰ ਜ਼ਿਆਦਾ ਵਧ ਜਾਂਦਾ, ਉਹਨਾਂ ਨੂੰ ਫਿਕਰ ਪੈ ਜਾਂਦਾ ਵੀ ਸਾਡਾ ਬਲੱਡ, ਉਹ ਫਿਕਰ ਦੀ ਥਾਂ ਤੇ ਸਗੋਂ ਨਾਰਮਲ ਰਹਿਣਾ ਜ਼ਿਆਦਾ ਜ਼ਰੂਰੀ ਆ, ਨਾ ਕਿ ਫਿਕਰ ਕਰੋ। ਉਹਦਾ ਇਹਦਾ ਇਲਾਜ ਹੈ ਵੈਸੇ ਬਲੱਡ ਪ੍ਰੈਸ਼ਰ ਦਾ? ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਜਸਟ ਥੋੜਾ ਜਿਹਾ ਅਬਵ ਹੋ ਜੇ, ਕਿੰਨੀ ਕੁ ਉਮਰ ਦਾ ਕੋਈ ਇਫੈਕਟ ਹੈਗਾ ਤੇ ਕੀ ਇਲਾਜ ਆ ਇਹਦਾ? ਨਹੀਂ ਜੀ, ਆਮ ਤੌਰ ਤੇ ਇਹਦਾ ਇੱਦਾਂ ਆ ਵੀ ਜਿਹਨੂੰ ਲੈਟਸ ਸੇ ਸਮਨ ਜਿਹਦਾ ਬਲੱਡ ਪ੍ਰੈਸ਼ਰ 140/90 ਹੈ ਜੀ, 140/90, ਉਹ ਤਾਂ he can control it normally with exercise, good diet, no smoking, no alcohol, and meditation also helps, ਕਹਿੰਦੇ। Be silent for a while and don't let your brain run around, है ना। जी, ਹੁਣ ਜਿਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਆ, ਲੈਟਸ ਸੇ 160, 170 over 95, 100, 105, ਉਹਨੂੰ ਫਿਰ ਦਵਾਈਆਂ ਲੈਣੀ ਪੈਣੀਆਂ। ਓਕੇ। ਉਹ ਦਵਾਈ ਤੇ ਦਵਾਈਆਂ ਤਾਂ ਬਹੁਤ ਤਰ੍ਹਾਂ ਦੀਆਂ, ਜਿਹੜੀ ਵੀ ਡਾਇਬੀਟੀਜ਼ ਵਾਲੇ ਨੂੰ ਬਲੱਡ ਪ੍ਰੈਸ਼ਰ, ਉਹ ਹੋਰ ਦਵਾਈ ਸਟਾਰਟ ਕਰੀ ਦੀ ਹੈ। ਅੱਛਾ। ਤੇ ਜਿਹਨੂੰ ਡਾਇਬੀਟੀਜ਼ ਹੈ ਨਹੀਂ, ਉਹਨੂੰ ਹੋਰ ਸਟਾਰਟ ਕਰ ਲਓ। ਪਰ ਇੱਕ ਗੱਲ ਬਹੁਤ ਇੰਪੋਰਟੈਂਟ ਹੈ, ਇਹ ਕਦੀ ਨਾ ਸੋਚੋ ਵੀ ਮੇਰੇ ਰਿਲੇਟਿਵ ਨੂੰ ਉਹ ਦਵਾ ਮਿਲੀ ਸੀ, ਉਹ ਠੀਕ ਹੋ ਗਿਆ ਤੇ ਮੈਂ ਠੀਕ ਹੋ ਜਾਣਾ। ਐਵਰੀ ਪੇਸ਼ੈਂਟ ਇਜ਼ ਡਿਫਰੈਂਟ। ਓਕੇ। ਹਾਂ, ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਪਹਿਲਾਂ ਚੈੱਕਅਪ ਕਰਾਓ, ਪਹਿਲਾਂ ਚੈੱਕ। ਚੰਗੇ ਸਿਆਣੇ ਡਾਕਟਰ ਕੋਲ ਜਾਓ, ਜਿਹੜੇ ਹਾਰਟ ਸਪੈਸ਼ਲਿਸਟ ਹੋਣ ਜਾਂ ਫੈਮਿਲੀ ਡਾਕਟਰ ਆਪਣੇ ਹੋਣ, ਉਹਨਾਂ ਕੋਲ ਜਾਓ। ਜੇ ਉਹ ਸੁਜੈਸਟ ਕਰਦੇ ਆ ਫਿਰ ਉਹ ਦਵਾਈ ਲੈਣੀ, ਨਹੀਂ ਤਾਂ ਆਪਣੀ ਮਰਜ਼ੀ ਨਾ ਕਰੋ। ਆਪਣੀ ਮਰਜ਼ੀ ਨਾਲ ਨਹੀਂ, ਕਿਉਂਕਿ ਇਹ ਇੱਕ ਮਸ਼ੀਨਰੀ ਆ। ਜੇ ਇਹ ਮਤਲਬ ਕਹਿ ਲਓ ਵੀ ਧੁਰਾ ਸਾਡੀ ਬੋਡੀ ਦਾ, ਜੇ ਇਹੋ ਖਰਾਬ ਹੋ ਗਿਆ, ਇਹਨੂੰ ਹੀ ਆਪਾਂ ਗਲਤ ਟ੍ਰੀਟਮੈਂਟ ਕਰਦੇ ਰਹੇ ਤਾਂ ਨੈਚੁਰਲੀ ਵੀ ਸਾਰੀ ਆਪਣੀ ਬੋਡੀ ਤੇ ਵੀ ਇਫੈਕਟ ਕਰੂਗੀ। ਠੀਕ ਹੈ। ਐਂਡ ਆਲਸੋ ਮੈਂ ਐਡਵਾਈਸ ਕਰੂੰਗਾ, ਸਪੈਸ਼ਲੀ ਆਪਣੇ ਜਿਹੜੇ ਇੰਡੀਆ ਵਿੱਚ ਰਹਿੰਦੇ ਆ, ਬਈ ਤੁਸੀਂ ਇੱਦਾਂ ਨਾ ਸੁਣਿਓ ਬਈ ਉਹ ਹਕੀਮ ਨੇ ਮਹੀਨਾ ਦਵਾਈ ਦਿੱਤੀ ਆ ਤੇ ਉਹ ਪਹਿਲਾਂ 4 ਦਵਾਈਆਂ ਖਾਂਦਾ ਸੀਗਾ ਤੇ ਹੁਣ ਉਹ ਠੀਕ ਹੋ ਗਿਆ। it is most dangerous thing. I've known a couple of people ਜਿਹੜੇ ਇੱਦਾਂ ਵਿਚਾਰੇ, and they were educated, ਉਹ ਕਹਿੰਦੇ ਵੀ ਤੁਸੀਂ ਆ ਕਿਉਂ, ਤੁਸੀਂ ਮਹੀਨਾ ਖਾਓ, ਐਂਡ ਉਹਨਾਂ ਦੀ ਟੋਟਲੀ ਕਿਡਨੀ ਫੇਲ ਹੋ ਗਈ। ਇੱਕ ਦੀ ਤਾਂ ਹਿਸ ਵਾਈਫ ਨੇ ਕਿਡਨੀ ਟ੍ਰਾਂਸਪਲਾਂਟ ਉਹਨੂੰ ਦਿੱਤਾ। ਜੀ ਜੀ। ਕਈ ਵਾਰ ਦੇਸੀ ਦਵਾਈਆਂ ਵੀ ਲੋਕ ਲੈਣ ਲੱਗ ਪੈਂਦੇ ਆ, ਉਹਦਾ ਕੋਈ ਅਸਰ ਹੁੰਦਾ? ਨਹੀਂ, ਜਿਹੜੀ ਦੇਸੀ ਦਵਾਈ ਹਾਰਮਫੁਲ ਨਹੀਂ, ਉਹ ਲੈ ਸਕਦੇ ਆ, ਪਰ ਆਹ ਬਲੱਡ ਪ੍ਰੈਸ਼ਰ ਦੀ ਦਵਾਈ ਲਾਓ ਵੀ ਬਲੱਡ ਪ੍ਰੈਸ਼ਰ ਥੱਲੇ ਆਵੇ ਜੀ। ਤਾਂ ਕਿ ਜੇ ਜੜੀ ਬੂਟੀ ਨਾਲ ਜ਼ਰੂਰੀ ਨਹੀਂ ਵੀ ਬਲੱਡ ਪ੍ਰੈਸ਼ਰ ਥੱਲੇ ਆਵੇ। ਜੀ ਜੀ ਜੀ। ਪਰ ਜੇ ਉਸ ਇਨਸਾਨ ਦੀ ਫੇਥ ਹੋਵੇ ਮੈਂ ਜੜੀ ਬੂਟੀ ਖਾਣੀ, ਖਾ ਲਵੇ ਪਰ ਦਵਾਈ ਵੀ ਖਾਵੇ। ਜੀ ਜੀ ਜੀ। ਅੱਛਾ, ਉਹ ਜ਼ਰੂਰੀ ਹੈ ਦਵਾਈ ਤਾਂ ਟ੍ਰੀਟਮੈਂਟ। ਤੇ ਹੋਰ ਕੋਈ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਹਾਰਟ ਦਾ ਮੇਨਟੇਨ ਰੱਖਣ ਲਈ, ਤੇ ਕੀ ਸਾਨੂੰ ਧਿਆਨ ਰੱਖਣਾ ਚਾਹੀਦਾ? ਹਾਰਟ ਦਾ ਮੇਨ ਥਿੰਗ ਇਜ਼ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ, ਸ਼ੂਗਰ ਨੂੰ ਕੰਟਰੋਲ ਕਰੋ, ਐਂਡ lots of exercise,
and especially the legs should be very strong. Legs. ਜਿੰਨੀਆਂ ਤੁਹਾਡੀਆਂ leg muscles strong ਹੁੰਦੀਆਂ, there's a saying the heart will be that strong. ਓਕੇ, ਠੀਕ ਹੈ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹਾਰਟ ਬਾਰੇ ਤੇ ਬਲੱਡ ਪ੍ਰੈਸ਼ਰ ਬਾਰੇ, ਤੇ ਸਾਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੇ ਅਸੀਂ ਇਜਾਜ਼ਤ ਲੈਂਦੇ ਹਾਂ ਸਰਦਾਰ ਪਰਮਜੀਤ ਸਿੰਘ ਤੱਖਰ, ਜਿਹੜੇ ਕਿ ਬਹੁਤ ਇੱਕ ਸਾਡੇ ਇੱਥੇ ਜਾਣੇ ਪਹਿਚਾਨੇ ਡਾਕਟਰ ਸੈਕਰਾਮੈਂਟੋ ਦੇ। ਇਹਨਾਂ ਦਾ ਜਿਹੜਾ ਫੈਮਿਲੀ ਪ੍ਰੈਕਟਿਸ ਹੈਗੀ ਆ, ਜਿਹੜਾ ਇਹਨਾਂ ਦਾ ਹੌਸਪੀਟਲ ਆ, ਉਹ ਸੈਕਰਾਮੈਂਟੋ ਤੇ ਐਲਕ ਗਰੋਵ ਸਿਟੀ ਦੇ ਬਿਲਕੁਲ ਬਾਰਡਰ ਤੇ ਆ। ਕੈਲਵਾਈਨ ਐਗਜ਼ਿਟ 99 ਦੇ ਬਿਲਕੁਲ ਨਾਲ ਹੈ, ਟਾਰਗੇਟ ਦੇ ਨਜ਼ਦੀਕ। ਟਾਰਗੇਟ ਸਟੋਰ ਆ, ਜਿਵੇਂ ਸਾਰਿਆਂ ਨੂੰ ਪਤਾ ਹੁੰਦਾ, ਉਹਦੇ ਬਿਲਕੁਲ ਨਾਲ ਹੀ ਆ ਤੱਖਰ ਮੈਡੀਕਲ ਇਹਨਾਂ ਦਾ ਹੈਗਾ ਉੱਥੇ ਫੈਮਿਲੀ ਪ੍ਰੈਕਟਿਸ। ਤੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ, ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਸੋ ਨਾਈਸ। Thank you, Baji. Thank you for having me. And I want to thank Punjab Mail for giving the opportunity to talk about blood pressure. Thank you, sir.